ऐसी लाल तुझ बिन कौन करे। ऐसी लाल तुझ बिन कौन करे। गरीब निवाज गोसैया मेरा, माथे छत्र तरै। जां की छोत जगत को लागै, तां पर तू ही तारै। नीचा ऊच करै मेरा गोबिंद, काहू ते ना डरै। नामदेव कबीर तिलोचन, सदना सैन तरै। कह रविदास सुनो रे संतो, हर जियो ते सबै सरै। ऐसी लाल तुझ बिन कौन करे। वाहिगुरु फेर वसाया फेर आण, सतगुर खांडूर। जप तप संजम नाल तुद, होर मुच गरूर। आओ ये पंजवीं पौड़ी राय बलवंड ਅਤੇ सत्तै डूम ਦੀ ਆਖੀ ਹੋਈ ਰਾਮਕਲੀ ਵਾਰ ਦੇ ਵਿੱਚ। ਇਸ ਪੰਜਵੀਂ ਪੌੜੀ ਦੇ ਵਿੱਚ ਭਾਈ ਸੱਤਾ ਜੀ ਗੁਰੂ ਅੰਗਦ ਦੇਵ ਜੀ ਦੀ ਉਸਤਤ ਕਰਦੇ ਹੋਏ ਅੰਮ੍ਰਿਤਮਈ ਬਾਣੀ ਬੋਲਦੇ ਹਨ। ਫੇਰ ਵਸਾਇਆ ਫੇਰ ਆਣ, ਸਤ ਗੁਰ ਖਾਂਡੂਰ। ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਗੁਰਗੱਦੀ ਬਖਸ਼ ਦਿੱਤੀ, ਕਿਉਂਕਿ ਉਹਨਾਂ ਦੇ ਹੀ ਬੇਟਿਆਂ ਨੇ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਇਹ ਵਿਰੋਧ ਕੀਤਾ ਕਿ ਸਾਡਾ ਹੱਕ ਗੱਦੀ ਤੇ ਹੈ, ਸਾਨੂੰ ਗੱਦੀ ਮਿਲਣੀ ਚਾਹੀਦੀ ਹੈ। ਇਸ ਵਿਰੋਧ ਕਰਕੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖਸ਼ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਰਤਾਰਪੁਰ ਸਾਹਿਬ ਤੋਂ ਖਡੂਰ ਚਲੇ ਜਾਓ। ਉਹਨਾਂ ਦਾ ਹੁਕਮ ਮੰਨਦੇ ਹੋਏ ਗੁਰੂ ਅੰਗਦ ਦੇਵ ਜੀ ਖਡੂਰ ਚਲੇ ਗਏ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ। ਖਡੂਰ ਗੁਰੂ ਅੰਗਦ ਦੇਵ ਜੀ ਆਪਣੇ ਘਰ ਨਹੀਂ ਗਏ, ਉਹਨਾਂ ਦਾ ਘਰ ਵੀ ਖਡੂਰ ਸੀ। ਉਹ ਮਾਤਾ ਵਿਰਾਈ ਦੇ ਕੋਲ ਗਏ, ਜਿਨ੍ਹਾਂ ਦਾ ਘਰ ਕੇ ਖਡੂਰ ਸਾਹਿਬ ਤੋਂ 3-4 ਕਿਲੋਮੀਟਰ ਪਿੰਡ ਸੰਗਰ ਹੈ। ਉੱਥੇ ਜਾ ਕੇ ਮਾਤਾ ਵਿਰਾਈ ਜੀ ਦੇ ਕੋਲ ਚਲੇ ਗਏ ਅਤੇ ਮਾਤਾ ਵਿਰਾਈ ਜੀ ਨੂੰ
ਇਹ ਹੁਕਮ ਕੀਤਾ ਕਿ ਮੇਰੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਹੈ ਕਿ ਗੁਰੂ ਅੰਗਦ ਦੇਵ ਜੀ ਇਸ ਘਰ ਦੇ ਵਿੱਚ ਹਨ। ਫਿਰ ਕਾਫੀ ਟਾਈਮ ਹੋ ਗਿਆ ਤਾਂ ਫਿਰ ਗੁਰਸਿੱਖਾਂ ਨੇ ਬਾਬਾ ਬੁੱਢਾ ਜੀ ਕੋਲ ਗਏ। ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ, ਕਿਉਂਕਿ ਬਾਬਾ ਬੁੱਢਾ ਜੀ ਦਾ ਜੀਵਨ ਜੋ ਸੀ ਬਹੁਤ ਉੱਚਾ ਜੀਵਨ ਸੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਂ ਤੇਰੇ ਤੋਂ ਕਦੇ ਵੀ ਓਹਲੇ ਨਹੀਂ ਹੋਵਾਂਗਾ। ਇਸ ਕਰਕੇ 5 ਸਿੱਖ ਰਲ ਕੇ ਬਾਬਾ ਬੁੱਢਾ ਜੀ ਕੋਲ ਗਏ ਅਤੇ ਉਹਨਾਂ ਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਇਹ ਕਿਹਾ ਹੈ ਕਿ ਮੈਂ ਤੁਹਾਡੇ ਤੋਂ ਕਦੇ ਵੀ ਓਹਲਾ ਨਹੀਂ ਹੋਵਾਂਗਾ। ਉਹ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਜੀ ਹਨ, ਉਹਨਾਂ ਨੂੰ ਤੁਸੀਂ ਪ੍ਰਗਟ ਕਰੋ ਤਾਂ ਜੋ ਸੰਗਤ ਦੇ ਸਾਹਮਣੇ ਆਉਣ। ਫਿਰ ਬਾਬਾ ਬੁੱਢਾ ਜੀ ਹੁਣ ਗੁਰਸਿੱਖਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਪਤਾ ਸੀ ਕਿ ਮਾਤਾ ਵਿਰਾਈ ਜੀ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਆ ਕੇ ਠਹਿਰੇ ਸਨ ਅਤੇ ਜਦੋਂ ਮਾਤਾ ਵਿਰਾਈ ਜੀ ਦੇ ਕੋਲ ਗੁਰੂ ਨਾਨਕ ਸਾਹਿਬ ਠਹਿਰੇ ਤਾਂ ਉਹਨਾਂ ਨੇ ਕਿਹਾ, ਮਾਤਾ ਵਿਰਾਈ ਜੀ ਨੇ, ਕਿ ਮੇਰੇ ਕੋਲ ਤੁਸੀਂ ਹੋਰ ਸਮਾਂ ਠਹਿਰੋ। ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਫਿਰ ਕਿਤੇ ਆ ਕੇ ਠਹਿਰਾਂਗਾ, ਹੁਣ ਨਹੀਂ ਟਾਈਮ ਹੈ। ਫਿਰ ਉਹ ਦੂਸਰੀ ਜੋਤ ਗੁਰੂ ਨਾਨਕ ਜੀ ਦੀ ਗੁਰੂ ਅੰਗਦ ਦੇਵ ਜੀ ਉਹਨਾਂ ਹੀ ਮਾਤਾ ਵਿਰਾਈ ਜੀ ਦੇ ਕੋਲ ਜਾ ਕੇ ਠਹਿਰੇ। ਜਦੋਂ ਭਾਈ ਬਾਬਾ ਬੁੱਢਾ ਜੀ ਗੁਰਸਿੱਖਾਂ ਨੂੰ ਨਾਲ ਲੈ ਕੇ ਉਸ ਸੰਗਰ ਪਿੰਡ ਦੇ ਵਿੱਚ ਮਾਤਾ ਵਿਰਾਈ ਜੀ ਵੱਲ ਚੱਲੇ ਤਾਂ ਮਾਤਾ ਵਿਰਾਈ ਜੀ ਨੂੰ ਵੀ ਪਤਾ ਲੱਗ ਗਿਆ ਕਿ ਬਾਬਾ ਬੁੱਢਾ ਜੀ ਸੰਗਤ ਲੈ ਕੇ ਆ ਰਹੇ ਹਨ। ਉਹ ਪਹਿਲਾਂ ਹੀ ਅੱਗਿਓਂ ਹੀ ਕਾਫੀ ਦੂਰ ਜਾ ਕੇ ਅੱਗੇ ਉਹਨਾਂ ਦੇ ਕੋਲ ਚਲੇ ਗਈ। ਉਹਨਾਂ ਨੂੰ ਦੇਖ ਕੇ ਬਾਬਾ ਬੁੱਢਾ ਜੀ ਕਹਿੰਦੇ ਕਿ ਗੁਰੂ ਅੰਗਦ ਸਾਹਿਬ ਇੱਥੇ ਹਨ, ਤੁਹਾਡੇ ਘਰ 'ਚ ਵਿੱਚ ਹਨ। ਤਾਂ ਮਾਤਾ ਵਿਰਾਈ ਜੀ ਕਹਿੰਦੇ ਕਿ ਗੁਰੂ ਦਾ ਹੁਕਮ ਮੰਨਣਾ ਹੈ, ਤੁਸੀਂ ਤਾਂ ਜਾਣੀ ਜਾਣੋ ਗੁਰੂ ਦਾ ਹੁਕਮ ਸਭ ਤੋਂ ਵੱਡਾ ਹੈ। ਨਾ ਹੀ ਉਹਨਾਂ ਨੇ ਕਿਹਾ ਕਿ ਸਾਡੇ ਘਰ ਹੈ ਜਾਂ ਨਹੀਂ ਹੈ, ਪਰ ਮਾਤਾ ਵਿਰਾਈ ਜੀ ਦੇ ਮੱਥੇ ਨੂੰ ਦੇਖ ਕੇ ਬਾਬਾ ਬੁੱਢਾ ਜੀ ਨੇ ਪਛਾਣ ਲਿਆ ਕਿ ਗੁਰੂ ਅੰਗਦ ਸਾਹਿਬ ਇਹਨਾਂ ਦੇ ਘਰ ਦੇ ਵਿੱਚ ਹੀ ਹਨ। ਉਹ ਅੱਗੇ ਜਾ ਕੇ ਮਾਤਾ ਵਿਰਾਈ ਜੀ ਦੇ ਘਰ ਦੇ ਕੋਲ ਗਏ। ਬਾਹਰ ਥੜਾ ਸੀ, ਥੜੇ ਦੇ ਉੱਤੇ ਚਾਦਰ ਵਿਛਾਈ ਅਤੇ ਕੀਰਤਨ ਕਰਨ ਲੱਗ ਪਏ। ਇਹ ਗੁਰੂ ਦੇ ਸ਼ਬਦ ਦੀ ਤਾਕਤ ਹੈ ਕਿ ਜਦੋਂ ਕੀਰਤਨ ਸ਼ੁਰੂ ਕੀਤਾ ਤਾਂ ਗੁਰੂ ਅੰਗਦ ਦੇਵ ਜੀ ਇੱਕਦਮ ਉੱਠ ਕੇ ਅੰਦਰੋਂ ਬਾਹਰ ਆ ਗਏ। ਇਸ ਕਰਕੇ ਜਿਸ ਦੇ ਅੰਦਰ ਸ਼ਬਦ ਹੋਏਗਾ ਉਸ ਦੇ ਨਾਲ ਗੁਰੂ ਆਪਣੇ ਆਪ ਹੀ ਆ ਜਾਏਗਾ। ਜਿਸ ਦੇ ਹਿਰਦੇ ਵਿੱਚ ਗੁਰੂ ਸ਼ਬਦ ਵਸੇਗਾ, ਜੋ ਗੁਰੂ ਦੇ ਸ਼ਬਦ ਦੇ ਨਾਲ ਜੁੜੇਗਾ, ਗੁਰੂ ਆਪਣੇ ਆਪ ਹੀ ਉਹਦੇ ਵੱਲ ਆ ਜਾਏਗਾ। ਜਦੋਂ ਗੁਰੂ ਦੇ ਸ਼ਬਦ ਪੜ੍ਹੇ, ਗੁਰੂ ਦੀ ਬਾਣੀ ਪੜ੍ਹੀ, ਤਾਂ ਗੁਰੂ ਅੰਗਦ ਦੇਵ ਜੀ ਬਾਹਰ ਆਏ। ਉਹਨਾਂ ਨੂੰ ਬਾਬਾ ਬੁੱਢਾ ਜੀ ਨੇ ਕਿਹਾ ਕਿ ਤੁਸੀਂ ਸੰਗਤਾਂ ਨੂੰ ਦਰਸ਼ਨ ਦਿਓ, ਗੁਰੂ ਨਾਨਕ ਸਾਹਿਬ ਦੇ ਜੋ ਉਪਦੇਸ਼ ਹਨ ਉਹਨਾਂ ਨੂੰ ਹੋਰ ਫੈਲਾਓ, ਤੁਸੀਂ ਇਸ ਤਰ੍ਹਾਂ ਨਾ ਬੈਠੋ। ਠੀਕ ਹੈ, ਗੁਰੂ ਸਾਹਿਬ ਨੇ ਤੁਹਾਨੂੰ ਕਰਤਾਰਪੁਰ ਸਾਹਿਬ ਤੋਂ ਕਿਹਾ ਕਿ ਖੰਡੂਰ ਚਲੇ ਜਾਓ, ਤੁਸੀਂ ਖੰਡੂਰ ਦੇ ਵਿੱਚ ਆ ਕੇ ਆਪਣੇ ਸੰਗਤ ਲਾ ਕੇ ਤੇ ਸੰਗਤ ਨੂੰ ਉਪਦੇਸ਼ ਦਿਓ। ਜਦੋਂ ਮਾਤਾ ਵਿਰਾਈ ਜੀ ਉੱਥੇ ਉਹ ਵੀ ਕੋਲ ਬੈਠੇ ਹੋਏ ਸਨ, ਜਦੋਂ ਉਹਨਾਂ ਨੇ ਦੇਖਿਆ ਕਿ ਗੁਰੂ ਅੰਗਦ ਸਾਹਿਬ ਜੀ ਬਾਹਰ ਆ ਰਹੇ ਹਨ, ਉਹਨਾਂ ਨੂੰ ਲੱਗਾ ਕਿ ਮੈਂ ਕਦੇ ਹੁਕਮ ਦੀ ਆਦੂਲੀ ਕਰ ਦਿੱਤੀ, ਮੈਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਿਆ, ਇਸ ਕਰਕੇ ਗੁਰੂ ਸਾਹਿਬ ਨੂੰ ਬਾਹਰ ਆਉਣਾ ਪਿਆ। ਮਾਤਾ ਵਿਰਾਈ ਉੱਥੇ ਬੈਠੇ ਬੈਠੇ ਹੀ ਆਪਣੇ ਪ੍ਰਾਣ ਤਿਆਗ ਗਏ ਅਤੇ ਉਹਨਾਂ ਮਾਤਾ ਵਿਰਾਈ ਜੀ ਦਾ ਗੁਰੂ ਸਾਹਿਬ ਨੇ ਆਪ ਸੰਸਕਾਰ ਕੀਤਾ। ਖੰਡੂਰ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਖੂਹ ਲਵਾਇਆ, ਜਿਸ ਦਾ ਕਿ ਅੱਜ ਵੀ ਉਹ ਖੂਹ ਉੱਥੇ ਪ੍ਰਤੀਕ ਹੈ, ਉੱਥੇ ਲਿਖਿਆ ਹੋਇਆ ਮਾਤਾ ਵਿਰਾਈ ਜੀ ਦਾ ਖੂਹ। ਫਿਰ ਉਹਨਾਂ ਨੇ ਗੁਰਸਿੱਖਾਂ ਨੇ ਸਲਾਹ ਕਰਕੇ ਕਿਹਾ ਕਿ ਤੁਸੀਂ ਖੰਡੂਰ ਜੋ ਉੱਚੇ ਟਿੱਬੇ ਹਨ ਉੱਥੇ ਜਾ ਕੇ ਦੀਵਾਨ ਲਾਓ, ਸੰਗਤ ਨੂੰ ਬੁਲਾਓ ਤੇ ਗੁਰੂ ਉਪਦੇਸ਼ ਦਿਓ। ਫਿਰ ਉਹਨਾਂ ਨੇ ਆਪਣਾ
जो खंडूर साहब सी उस दे विच सारी संगत नूं गुरबाणी दे नाल जोड़ना शुरू किया। तो ये भाई सत्ता जी इस 5वीं पौड़ी दे विच यही अमृतमय वचन कर रहे हैं कि फेर वसाया फेर आन। फिर करतारपुर तो आके गुरु अंगद साहिब जी ने जो कि फेरुआन गुरु अंगद साहिब जी पिता का नाम फेरूमल, फेरुआन फेरूमल जी के पुत्र अर्थात गुरु अंगद देव जी ने करतारपुर तो आके खंडूर साहब दे विच रौनकां लाइयां। फेर वसाया फेरुआन सत गुर खंडूर। जप तप संजम नाल तुद होर मुच गरूर। ये सतगुरु गुरु अंगद देव जी तुहाडे कोल इह दैवी गुण जप अर्थात सिमरन उस वाहिगुरु दे सिफत सलाहां तप औखियां घाला घालनियां जो कि गुरु अंगद साहब जी ने हुक्म मन के मनिया। क्योंकि जो भी गुरु साहब गुरु नानक साहब ने फरमाया करें जे गुर फुरमाया, जो गुरु नानक साहब उन्होंने हुक्म करते सन वो ही करते सन। करें जे गुर फुरमाया सिल जोग आलूनी चट्टी है। ये जो हुक्म मनना सी ये इहो जिहा जोग सी कि एक जिस तरह के आलूनी सिल नूं चट्टिया जाए अर्थात एक करड़ी घाल सी। ये घाल की गुरु अंगद साहब जी ने तप ये तप किया। और वो तप नहीं कि अपने शरीर नूं अग्नि दे नाल तालो जां अपने कपड़े उतार के नंगे हो के सर्दियों के विच बैठ जाना, गर्मियों के विच धूणियां ला के बैठ जाना, ये तप नहीं। क्योंकि ये तप जो हैं ये सिक्खी दे विच प्रवान ही नहीं हैं। जप तप संजम, संजम अपने मन नूं वस करना, अपनियां इंद्रियां नूं वस कर लेना। जप तप संजम नाल तुद। हे गुरु अंगद साहिब जी तुहाडे दे कोल ये दैवी गुण जप तप संजम हैं। होर मुच गरूर। बाकी जो है संसार वो तां हंकार दे विच ही पिया होया है। जिस तरह के गुरु नानक साहब जी दे बेटे अहंकार दे विच होण करके उन्होंने उन्हां दा गुरु नानक साहब जी का कहना नहीं मन्निया अते ओह गुरु अंगद देव जी के चरनां ते नहीं झुके। लब विनाहे मानसा ज्यों पानी बूर। ज्यों पानी बूर, जिस तरह पानी दे उत्ते बूर पैदा हो जाता है, हरी जी घाह उपर सारे पानी दे आ जाती है, वो पानी नूं खराब कर देंदी है, पानी पीण दे लायक नहीं रहिंदा। इस तरह ही भाई सत्ता जी उपदेश करते हैं लब विनाहे मानसा। लब चस्का, खान का चस्का जां होर चीज़ां दे चस्के जो हैं। लब विनाहे, विनाहे नाश कर देना। मानसा मानस मनुख नूं इस तरह जिस तरह के पानी के उत्ते बूर इकट्ठा हो जाए तो पानी किसी लायक नहीं रहिंदा, किसी काम नहीं आउंदा, पीण दे भी काम नहीं आउंदा। इसी तरह ही ये जो लब है ये भी मनुख नूं इस तरह ही नाश कर दिंदा है। मनुख जो है वो किसी काम जोगा नहीं रहिंदा। वर है दरगह गुरु की कुदरती नूर। वर रही है गुरु दरगाह गुरु की, गुरु नानक देव जी की दरगाह दे विच नाम की वर्खा हो रही है।
उस वाहिगुरू की सिफत सलाहां हो रही हैं, नाम की वर्खा हो रही है, गुरु की बाणी के नाल जुड़ के गुरु उस वाहिगुरू के गुण गाए जा रहे हैं। वरें दरगह गुरु की, इस करके कुदरती नूर गुरु अंगद देव जी के मूँह के उत्ते और रब्बी नूर डल के मार रहा है, क्योंकि गुरु नानक की दरगाह की जो जोत हैं, गुरु नानक की दरगाह के विच बैठ के वो रब्बी गुण गा रहे हैं, उस वाहिगुरू का सिमरन करते हैं, उस वाहिगुरू दी सिफत सलाहां करते हैं। इस करके उन्होंने चेहरे ते उन्होंने मुख के उत्ते रब्बी नूर डलका मार रहा है। जित सुहाथ न लबई तू ओ ठरूर, ठरूर शीतल चश्मा, शीतल समुंदर। जित सुहाथ न लबई तू ओ ठरूर। है गुरु अंगद देव जी, तुसी हो शांति दे समुंदर हो, ठंड दे समुंदर, शीतलता दे समुंदर हो, जिस समुंदर की हाथ नहीं पै सकती, कि उस समुंदर की डुंगाई नहीं लभ सकती। कि यहो जे सतगुरु गुरु अंगद साहब जी जो शीतलता के समुंदर हैं, उन्होंने गुणों की हाथ नहीं पै सकती, उन्होंने गुणों को गाया नहीं जा सकता, इतने उन्होंने गुण हैं। नौ निध नाम निदान है तुद विच भरपूर। हे गुरु अंगद देव जी, ये जो नाम निदान है, नाम का खजाना है, जो नौ निधियां ही हैं, ये तुहाडे दे विच भरपूर हैं, तुहाडे विच भरियां होईयां हैं, नको नक भरियां होईयां हैं। ये नाम खजाना तुहाडे दे विच नको नक भरिया होया है। निंदा तेरी जो करे सो वंजै झूर। हे गुरु अंगद देव जी, तुहाडी जे कोई निंदा करे तो वह वंजै झूर, झूर हो जाना, खत्म हो जाना, टुट फट जाना, जिंदा चूर चूरा बन जाना, विनाश हो जाना। ये सतगुरु गुरु अंगद साहब जी जेड़ी भी तुहाडी कोई निंदा करता है, क्योंकि गुरगद्दी बख्शी जदों गुरु नानक साहब जी ने तां कल्ले बच्चियां ने नहीं विरोध किया, कई बच्चों के नाल होर लग के भी विरोध करन लग पे कि इस गद्दी दे उत्ते उन्हां बच्चों का हक है, सेवक का नहीं। पर ये तो गुरु नानक साहब जी जानते सन कि किस दे उत्ते छत्र चलाना है। तो जो भी उन्हां दी निंदा करदा, निंदा तेरी जो करे सो वंजै झूर। जेड़ा भी ये गुरु अंगद देव जी तुहाडी कोई निंदा करदा है, उसका विनाश हो जाता है। नेड़े दिसै मात लोक तुद सुझै दूर। मात लोक, ये मात, ये संसार, इस संसार के लोगों तो नेड़े की ही गल दिसती है कि साडे सामने की वापर रहा है, पर तुद सुझै दूर। हे गुरु अंगद देव जीओ, तुहानू तां दूर दी सुझ रही है कि इहो जे जो निंदा कर रहे हैं उन्हां दे नाल की वापरना है, ये तुहानू पता है। इन्हां मात लोक जो हैं, ये संसारी लोग जो हैं, इन्हों की पता, इन्हों तो सिर्फ यही सामने जो दिस रहा है इसनों ही मन रहे हैं, पर तुहानू पता है दूर की गल की है, क्योंकि आप गुरु नानक साहब जी की जोत हो, आप अंतरजामी हो, सब कुछ जानते हो। फेर वसाया फेर आन सतगुर खडूर। फिर गुरु अंगद साहब जी ने गुरु नानक साहब जी का हुक्म मान के करतारपुर छड्ड के खंडूर साहब आके रौनक वधाई। फेरवान फेरू मल जी के पुत्र गुरु अंगद देव जी ने, जो गुरु नानक साहब जी का हुक्म सी, वो हुक्म मनते हुए उन्होंने करतारपुर छड्ड के खंडूर आके खंडूर साहब वही रौनक लाइया जो गुरु साहब ने करतारपुर लाई हुई सन। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ।